ਧੱਕਾ ਕੀਤਾ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ, 10 ਪਾਤਸ਼ਾਹੀਆਂ ਦੇ ਨਾਲ। 35 ਮਹਾਂਪੁਰਖ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠੇ ਆ, ਪੁਜਾਰੀ ਦੇ ਇਸ ਧੰਦੇ ਨੂੰ ਚੈਲੰਜ ਕਰਦੇ ਮਰ ਗਏ। ਉਹ ਜੇ ਤਵੀਆਂ ਤੇ ਬੈਠੇ ਆ, ਜੇ ਦਿੱਲੀ ਵਰਗੀਆਂ ਥਾਵਾਂ ਤੇ ਜਾ ਕੇ ਸੀਸ ਕਟਾਏ ਆ, ਜੇ ਬੱਚੇ ਨੀਆਂ ਚ ਚਿਣੇ ਗਏ ਆ, ਇਹ ਪੁਜਾਰੀ ਦੇ ਧੰਦੇ ਨੂੰ ਚੈਲੰਜ ਕਰਦਿਆਂ ਨੇ। ਰੌਲਾ ਸਿਰਫ ਤੇ ਸਿਰਫ ਪੁਜਾਰੀ ਦੇ ਨਾਲ ਸੀ। ਉਹਨੇ ਬੜੀ ਬੇਈਮਾਨੀ ਦੇ ਨਾਲ ਕਿਸੇ ਵੇਲੇ ਲਿਆ ਕੇ ਮੁਗਲਿਆ ਹਕੂਮਤ ਦੇ ਨਾਲ ਰੌਲਾ ਬਣਾ ਕੇ ਸਾਨੂੰ ਇੱਕ ਇੱਥੇ ਖੜੇ ਕਰ ਦਿੱਤਾ ਕਿ ਸਿੱਖ ਧਰਮ ਜਿਹੜਾ ਆ ਉਹ ਦੁਸ਼ਟ ਦਾ, ਜ਼ਾਲਮ ਦਾ ਨਾਸ਼ ਕਰਨ ਦੇ ਲਈ ਪੈਦਾ ਹੋਇਆ। ਸਾਨੂੰ ਸਟੇਟਮੈਂਟ ਇਹੋ ਜਿਹੀਆਂ ਦੇ ਦਿੱਤੀਆਂ। ਅਸੀਂ ਪਾ ਕੇ ਬਾਣੇ, ਗੱਤਕਾ ਲੈ ਕੇ, ਸਿੱਖ ਕੇ, ਚੱਕਰ ਪਾ ਕੇ, ਮੌਲਾ ਕਿਆ, ਕਿਰਪਾਨਾਂ ਕਿਆ, ਹਥਿਆਰ ਲੈ ਕੇ ਅਸੀਂ ਏਦਾਂ ਖੜ ਗਏ, ਬਸ ਅਸੀਂ ਧਰਤੀ ਤੇ ਇਸ ਕੰਮ ਦੇ ਲਈ ਆਏ ਹਾਂ। ਚੰਡੀ ਦੀ ਵਾਰ ਪੜਾਂਗੇ। ਇਸ ਤਾਂ ਅਸੀਂ ਸਮਝਿਆ ਨਹੀਂ ਵੀ ਚੰਡੀ ਹੈ ਕੀ ਆ। ਹਿੰਦੂਆਂ ਦਾ ਸੰਕਲਪ ਆ ਭਾਈ, ਉਹਨਾਂ ਦੇ ਗ੍ਰੰਥ, ਉਹਨਾਂ ਦੀ ਲੜਾਈ ਆ। ਉਹ ਦੈਂਤਾਂ ਦੀ ਤਾਂ, ਰਾਖਸ਼ਾਂ ਦੀ ਤੇ ਉਹਨਾਂ ਦੀ ਦੇਵਤਿਆਂ ਦੀ ਲੜਾਈ ਆ। ਇੱਕ ਕਲਪਨਾ ਕੀਤੀ ਹੋਈ ਆ ਉਹਨਾਂ ਨੇ, ਕੁਛ ਵੀ ਨਹੀਂ ਇਸ ਤਰੀਕੇ ਨਾਲ ਹੋਇਆ। ਕਦੇ ਸਮੁੰਦਰ ਰਿੜਕਿਆ ਜਾ ਸਕਦਾ? ਸਾਰਾ ਬਕਵਾਸ ਆ। ਉਹਨੂੰ ਲਿਆ ਕੇ ਸਾਡਾ ਨਿਤਨੇਮ ਬਣਾ ਕੇ ਰੱਖ ਦਿੱਤਾ, ਬ੍ਰਹਮ ਕਵਚ ਵਰਗੇ, ਚੰਡੀ ਦੀ ਵਾਰ ਵਰਗੇ ਲਿਆ ਕੇ। ਥੋੜਾ ਜਿਹਾ ਵਰਤੋਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਨਿਆਂ ਕਰ ਸਕੀਏ। ਸਾਡੇ 'ਚ ਹਿੰਮਤ ਆ, ਸਾਡੇ ਕੋਲ ਅਕਲ ਆ, ਸਾਡੇ ਕੋਲ ਸਾਧਨ ਆ। ਅੱਜ ਸਮਾਂ ਆ, ਅੱਜ ਸਮਾਂ ਮੋੜ ਕੱਟ ਰਿਹਾ, ਕਰਵਟ ਲੈ ਰਿਹਾ ਹੈ। ਸਮਝੀਏ ਕਿ ਵਾਰ ਕਿੱਧਰੋਂ ਹੋ ਰਿਹਾ ਹੈ, ਉੱਥੋਂ ਐਂਗਲ ਫੜ ਲਈਏ ਆਪਾਂ। ਜਿਨ੍ਹਾਂ ਨੇ ਮਿਜ਼ਾਈਲਾਂ ਬਣਾਈਆਂ ਆ, ਉਹਨਾਂ ਨੇ ਉਹਨੂੰ ਡੈਮੋਲਿਸ਼ ਕਰਨ ਦੇ ਸਾਧਨ ਵੀ ਬਣਾਏ ਆ। ਹੁਣ ਉਹਨਾਂ ਦੇ ਉੱਤੇ ਵੀ ਰਡਾਰ ਬਣ ਗਏ ਤੇ ਮਿਜ਼ਾਈਲ ਚੱਲਣੀ ਆ ਤੇ ਜਿਹੜਾ ਮਿਜ਼ਾਈਲ ਨੂੰ ਡੈਮੋਲਿਸ਼ ਕਰਨ ਦੇ ਲਈ ਜੋ ਸਾਧਨ ਬਣਿਆ, ਉਹਨੂੰ ਸੈਂਸ ਕਰਨ ਲਈ, ਉਹਨੂੰ ਲੱਭਣ ਲਈ ਵੀ ਉਹਨਾਂ ਨੇ ਸਾਧਨ ਬਣਾ ਦਿੱਤੇ। ਤੁਸੀਂ ਲੱਭ ਲੈਣਾ ਵੀ ਇਸ ਏਰੀਏ ਦੇ ਵਿੱਚ ਉਹ ਹੈਗੇ ਆ। ਬਸ ਇਹ ਸਮਝੀਏ ਵੀ ਬਾਹਰ ਕਿੱਥੋਂ ਹੋ ਰਿਹਾ ਹੈ। ਉਹ 10 ਦੀ, ਉਹਨਾਂ 35 ਦੀ, ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਹੈ ਜਿਹੜੀ ਦੁਨੀਆ ਨੂੰ ਦੱਸਣ ਦੇ ਲਈ ਸਾਡਾ ਆਪਣੇ ਪੈਰਾਂ ਤੇ ਖੜਨਾ, ਇਹਨੂੰ ਵਰਤਣਾ ਬੜਾ ਜ਼ਰੂਰੀ ਹੈ। ਇੱਕ ਠਾਣ ਲਈਏ, ਜਜ਼ਬਾ ਪਾਲੀਏ ਆਪਣੇ ਅੰਦਰ, ਤੇ ਕਰਕੇ ਦਿਖਾ ਲਾਂਗੇ ਅਸੀਂ। ਇਸ ਪੁਜਾਰੀ ਨੇ, ਭਗਤ ਕਬੀਰ ਜੀ ਨੇ ਰਾਤ ਦਾ ਦੀਵਾਨ ਸੁਣਿਓ ਢੱਡਰੀ ਵਾਲਿਆਂ ਦਾ, ਕੰਸ਼ੀ ਦੀ, ਬਨਾਰਸ ਤੇ ਮਗਹਰ ਦੀ, 2 ਨਗਰ ਆ ਕਬੀਰ ਜੀ ਨਾਲ ਸੰਬੰਧਿਤ ਆ। ਉਹਨਾਂ ਦੀ ਗੱਲ ਕਰਕੇ ਜਿਹੜਾ ਚੈਲੰਜ ਸੀ ਨਾ ਕਬੀਰ ਜੀ ਦਾ, ਤੇ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ, ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਉਹ ਗੁਰ ਆ ਜਿਹੜਾ ਸਾਡੇ ਕੋਲ, ਜਿਹੜਾ ਇੱਥੇ ਬੈਠਾ, ਸਾਡੀ ਮੱਤ ਵਿੱਚ ਬੈਠਾ, ਜਿਹੜਾ ਉਹਦੀ ਕਿਰਪਾ, ਉਹਦੇ ਆਸਰੇ ਦੇ ਨਾਲ, ਉਹਦੀ ਛਤਰ ਛਾਇਆ ਦੀ, ਉਹਦੀ ਓਟ ਲੈ ਕੇ ਅਸੀਂ ਕਿਸੇ ਦੀ ਕਾਣ ਨਹੀਂ, ਬਸ ਇੱਕ ਉਹਦੀ ਆ। ਇਹ ਨਾਲਿਆ ਮੇਰੇ, ਪ੍ਰਵਾਹ ਨਹੀਂ ਕੋਈ ਦੀ। ਕਰੋ ਅਰਦਾਸਾਂ ਜਿੰਨੀਆਂ ਕਰਨੀਆਂ, ਤੁਸੀਂ ਲਿਓ, ਵਰਤੋ ਜਿੰਨੀਆਂ ਸ਼ਕਤੀਆਂ ਵਰਤਣੀਆਂ, ਕਰਾਓ ਅਖੰਡ ਪਾਠ ਜਿੰਨੇ ਕਰ ਹੁੰਦੇ। ਜੇ ਤੁਹਾਡੇ ਕੋਲ ਸ਼ਕਤੀ ਹੁੰਦੀ, ਬਾਰ-ਬਾਰ ਸੱਚੀ ਬਾਰ-ਬਾਰ ਗੱਲ ਸਾਹਮਣੇ ਆਉਂਦੀ ਆ, ਜੇ ਸ਼ਕਤੀ ਹੁੰਦੀ ਇਹਨਾਂ ਕੋ 80 ਲਫੰਡਰ, 80 ਨਕਾਰਾ, 80 ਗੁੰਡੇ, 80 ਬੇਗੈਰਤ ਇਕੱਠੇ ਕਰਕੇ ਇਹਨਾਂ ਨੂੰ ਆ ਕੇ ਇੱਥੋਂ ਜ਼ਬਰਦਸਤੀ ਸਰੂਪ ਨਾਲ ਚੱਕਣੇ ਪੈਂਦੇ। ਅਕਾਲ ਤਖਤ ਦੇ ਜਥੇਦਾਰ ਨੂੰ ਇਹ ਨਾ ਕਹਿਣਾ ਪੈਂਦਾ ਕਿ ਸਰੂਪ ਦਿਓ ਨਾ ਮੁੜ ਕੇ। ਜੇ ਕੋਈ ਸ਼ਕਤੀ ਹੁੰਦੀ, ਜਥੇਦਾਰ ਟਕਸਾਲ ਦਾ ਮੁਖੀ ਹਰਨਾਮ ਸਿੰਘ ਧੁੰਮਾ, ਅਜਨਾਲਾ, ਦਾਦੂਵਾਲ ਸਿੰਘ ਜੀ ਸਨਮਾਨ, ਜੇ ਕੋਈ ਸ਼ਕਤੀ ਹੁੰਦੀ, ਇਹ ਇਕੱਠੇ ਹੋ ਕੇ ਸਾਰੇ ਜਣੇ ਆਪੋ ਆਪਣੇ ਗਰੁੱਪਾਂ ਨੂੰ, ਅਖੰਡ ਕੀਰਤਨੀ ਜਥੇ ਵਾਲੇ, ਨਾਨਕ ਸਰੀਏ, ਹੈ ਕੋਈ ਸਿਰਾ ਮਿਸ਼ਨਰੀ ਕਾਲਜ ਜਿੰਨੇ ਆ, ਹੈ ਕੋਈ ਬੰਦਾ ਜਿਹੜਾ ਉਦਾਂ ਸਾਡੇ ਹੱਕ 'ਚ ਖੜਦਾ ਹੋਵੇ। ਤੇ ਸਾਰੇ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਸ਼ਕਤੀ ਆ, ਇਹ ਮਹਾਂਪੁਰਖ ਹੁੰਦੇ ਆ, ਅਖੰਡ ਪਾਠ ਦੀ ਸ਼ਕਤੀ ਆ, ਪਾਠ ਆ, ਨਿਤਨੇਮ ਆ। ਇਹ ਤਾਂ ਜੇ ਇੱਕ ਵਾਰੀ ਇੱਕ ਆਵਾਜ਼ ਦਿੰਦੇ ਨਾ ਤੇ ਲੱਖ ਅਖੰਡ ਪਾਠ, 500 ਅਖੰਡ ਪਾਠ ਤਾਂ ਇੱਕ ਡੇਰੇ 'ਚ ਇੰਨੇ ਪਾਠੀ ਆ ਉਹਨਾਂ ਕੋਲ। ਇੱਕ ਹਫ਼ਤੇ 'ਚ ਇਹ ਕਿੰਨੇ ਕਰੋੜ ਅਰਦਾਸ ਕਰ ਸਕਦੇ ਸੀ, ਕਿੰਨੇ ਕਰੋੜ ਜਾਪ ਕਰ ਸਕਦੇ ਸੀ। ਇਹ ਬੇਨਤੀ ਚੁਪਈ ਦਾ, ਚੰਡੀ ਦੀ ਵਾਰ ਦਾ, ਬ੍ਰਹਮ ਕਵਚ ਦਾ, ਜਿੰਨੀਆਂ ਸ਼ਕਤੀਆਂ ਸੀ ਦੁਨੀਆ ਦੀਆਂ, ਸਾਰੇ ਤਖਤ ਇਹਨਾਂ ਦੇ ਕੋਲ ਆ। ਇੰਡੀਆ ਦੇ ਵਿੱਚ ਕੋਈ ਇੱਕ ਗੁਰਦੁਆਰਾ, ਕੋਈ ਤਖਤ ਹੈ ਜਿਹੜਾ ਸਾਡੇ ਹੱਕ 'ਚ ਖੜਾ ਸੀ? ਏਦਾਂ ਕੋਈ ਸਰਕਾਰ, ਕੋਈ ਹਾਈ ਕਮਿਸ਼ਨਰ
ਹਿੰਦੂਆਂ ਦੀ ਕੋਈ ਜਥੇਬੰਦੀ, ਨਿਰੰਕਾਰੀ ਰਾਧਾ ਸੁਆਮੀ, ਮੈਂ ਨਹੀਂ ਤਾਂ ਕੋਈ ਬੰਦਾ ਇਹ ਦੱਸੇ ਵੀ ਸਾਡੇ ਨਾਲ ਕੌਣ ਸੀ, ਨਹੀਂ ਤਾਂ ਮੈਂ ਇਹਨਾਂ ਨਾਲ ਗਣਾ ਦੇਣਾ ਕਿੰਨੇ ਜਣੇ ਸੀ। ਜਿਹੜੇ ਬੰਦੇ ਇੰਡੀਆ ਦੇ ਨਿਊਜ਼ੀਲੈਂਡ 'ਚ ਰਹਿੰਦੇ ਆ ਉਹ ਇਮਾਨਦਾਰੀ ਨਾਲ ਸੋਚ ਕੇ ਦੱਸਿਓ ਵੀ ਜਿਹੜੀ ਹਿੰਦੂ ਬਹੁ ਗਿਣਤੀ ਆ, ਜਿੱਦਾਂ ਹਾਈ ਕਮਿਸ਼ਨ ਰਿਹਾ, ਜਿਹੜੇ ਹਿੰਦੂ ਮੈਂਟਲਿਟੀ ਦੇ ਬੰਦੇ ਪੁਲਿਸ ਵਿੱਚ, ਕਾਨੂੰਨਾਂ ਵਿੱਚ, ਇੱਥੇ ਅੰਬੈਸੀ 'ਚ, ਇਹਨਾਂ ਥਾਵਾਂ ਤੇ ਬੈਠੇ ਆ, ਉਹ ਸਾਡੇ ਹੱਕ 'ਚ ਭੁਗਤਣਗੇ। ਜਿੰਨੇ MP ਆ ਇੱਥੇ, ਇੰਡੀਅਨ, ਹਿੰਦੂ, ਸਿੱਖ, ਕੌਂਸਲ 'ਚ ਬੰਦੇ ਆ, ਕਿਸੇ ਬੰਦੇ ਦਾ ਨਾਂ ਲੈ ਕੇ ਦੱਸੋ। ਜਿੰਨੇ ਗੁਰਦੁਆਰੇ ਆ, ਚਾਹੇ ਉਹ 25 ਦੇ ਉਹਨਾਂ 22 ਗੁਰਦੁਆਰਿਆਂ 'ਚ ਕੋਈ ਆਇਆ, ਚਾਹੇ ਨਹੀਂ ਆਇਆ, ਜਿਹੜੇ ਨਹੀਂ ਵੀ ਆਏ ਉਹਨਾਂ ਦੇ ਬਾਰੇ ਵੀ ਸੋਚ ਕੇ ਦੱਸੋ ਵੀ ਕੀ ਉਹ ਬੰਦੇ ਸਾਡੇ ਹੱਕ 'ਚ ਭੁਗਤਣਗੇ। ਜਿੰਨੇ ਗਰੁੱਪ ਆ ਇੱਥੇ, ਬਾਕੀ ਸਾਰੇ ਕੰਮ ਕਰਦੇ ਆ, ਉਹਦੇ ਬਾਵਜੂਦ ਵੀ ਲੋਕਾਂ ਕੋ ਇਹ ਦਾਅਵਾ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਮਜਬੂਰ ਹੋ ਕੇ ਕਿੰਨੀ ਸ਼ਰਮ ਆਈ ਹੋਊਗੀ, ਕਿੰਨੀ ਆਪਣੇ ਆਪ 'ਚ ਹੀਣਤਾ ਹੋਈ ਹੋਊਗੀ ਉਹਨਾਂ ਨੂੰ, ਜਦੋਂ ਉਹਨਾਂ ਨੂੰ ਪਤਾ ਸੀ ਇਹ ਕੰਮ ਅਸੀਂ ਕਰ ਨਹੀਂ ਸਕਦੇ, ਫਿਰ ਵੀ ਕਰਨਾ ਪਿਆ। ਇਸ ਗੱਲੋਂ ਪਰ ਦੁਨੀਆ ਮਿਹਣੇ ਮਾਰਦੀ ਸੀ ਵੀ ਕੀ ਕਰਦੇ ਆ। ਜਿਹੜੇ ਮਿਹਣੇ ਮਾਰਦੇ ਸੀ, ਜੇ ਕਿਤੇ ਉਹਨਾਂ ਨੂੰ ਇਹ ਜਵਾਬ ਦੇ ਦਿੰਦੇ ਵੀ ਭਾਈ ਸ਼ਕਤੀਆਂ ਹੁੰਦੀਆਂ, ਠਹਿਰੋ, ਇਹ ਕਹਿ ਦਿੰਦੇ ਵੀ ਅਸੀਂ ਤਾਂ ਠਾਕਰ ਸੂ ਕਹਿੰਦਾ ਜਦੋਂ ਜਾ ਕੇ ਅਰਦਾਸ ਕਰੀ ਦੀ ਨਾ, ਪੁਲ ਚੌੜਾ ਹੋ ਜਾਂਦਾ। ਏਦਾਂ ਜੇ ਪੁਲ ਚੌੜਾ ਹੋ ਜਾਂਦਾ, ਸ਼ਰਲੀ ਰੋਡ ਦੀ ਛੱਤ ਆ ਜਿਹੜੀ, ਏਦਾਂ ਜਿਹੜੀ ਚੁੰਦੀ ਆ, ਕਹਿੰਦੇ ਗਲੀ ਹੋਈ ਆ, ਏਦਾਂ ਇਹ ਅਰਦਾਸ ਕਰਦੇ, ਏਦਾਂ ਆ ਕੇ ਏਦਾਂ ਮਿਲ ਜਾਂਦੀ ਨਾਲ। 1-2 ਫੁੱਟ ਥੱਲਿਓ ਫਰਸ਼ ਉੱਚਾ ਹੋ ਜਾਂਦਾ, 5-7 ਫੁੱਟ ਉਹ ਆ ਕੇ ਮਿਲ ਜਾਂਦੀ, ਏਦਾਂ ਹੀ ਵਿੱਚੇ ਕ੍ਰਸ਼ ਹੋ ਜਾਂਦੇ। ਏਦਾਂ ਜੇ ਕਿਤੇ ਸ਼ਕਤੀ ਹੁੰਦੀ, ਆ ਕੈਮਰੇ ਬੰਦ ਹੋ ਜਾਣੇ ਸੀ। ਇਹਨਾਂ ਨੂੰ ਰਿਪੋਰਟਾਂ ਕਰਨੀਆਂ ਪੈ ਰਹੀਆਂ, ਝੂਠੀਆਂ ਰਿਪੋਰਟਾਂ, ਸਾਡੀਆਂ ਫੇਸਬੁੱਕ ਆਈਡੀਆਂ ਬੰਦ ਕਰਾਉਣ ਲਈ ਇਹਨਾਂ ਨੂੰ ਸ਼ਿਕਾਇਤਾਂ ਕਰਨੀਆਂ ਪੈ ਰਹੀਆਂ। ਕਦੇ BSA ਕੋ ਜਾਂਦੇ ਆ, ਕਦੇ ਇਹਨਾਂ ਨੂੰ ਇਕੱਠੇ ਹੋ ਕੇ ਨਿਊਜ਼ੀਲੈਂਡ ਅੰਬੈਸੀ ਕੋ ਜਾਣਾ ਪੈ ਗਿਆ। ਇਹਨਾਂ ਨੂੰ ਵੈਬਸਾਈਟਾਂ ਦੇ ਉੱਤੇ ਪਟੀਸ਼ਨਾਂ ਪਾਉਣੀਆਂ ਪੈ ਗਈਆਂ ਕਿ ਸਾਈਨ ਕਰੋ, YouTube ਚੈਨਲ ਬੰਦ ਕਰਾਉਣਾ ਹੈ। ਕੋਈ ਸ਼ਕਤੀ ਕੰਮ ਨਹੀਂ ਕਰ ਰਹੀ, ਕੋਈ ਬ੍ਰਹਮ ਗਿਆਨੀ, ਕੋਈ ਰੱਬ, ਕੋਈ ਪੀਰ ਪੈਗੰਬਰ ਇਹਨਾਂ ਦਾ ਹੈ ਨਹੀਂ। ਸਾਰੇ ਬਕਵਾਸ ਕਰਦੇ ਆ, ਸਾਰੇ ਸਮੇਂ ਦੇ ਗੁੰਡੇ ਇਕੱਠੇ ਹੋਏ ਹੋ। ਇਹਨਾਂ ਲੁਟੇਰਿਆਂ ਨੇ ਸਾਡੇ 35 ਮਹਾਂਪੁਰਖਾਂ ਨੂੰ ਵੀ ਚਮਤਕਾਰੀ ਬਣਾ ਕੇ, ਇਹੋ ਜਿਹਾ ਬਣਾ ਕੇ ਲੋਕਾਂ ਦੇ ਮੂਹਰੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਸੂਰਜ ਪ੍ਰਕਾਸ਼ ਦੇ ਬਰਾਬਰ ਲਿਆ ਕੇ, ਜਿੱਦਾਂ ਦਾ ਮਾਣ, ਚੰਦੋਆ, ਤਖਤ, ਰਮਾਲੇ, ਚੌਰ, ਜਿਹੜਾ ਮਾਣ ਗੁਰੂ ਗ੍ਰੰਥ ਸਾਹਿਬ ਲਈ ਸੀ, ਉਹ ਮਾਣ ਇਹਨਾਂ ਨੇ ਸੂਰਜ ਪ੍ਰਕਾਸ਼ ਨੂੰ ਉਦਾਂ ਦੇ ਹੀ ਚੰਦੋਏ, ਉਦਾਂ ਦੇ ਪੀੜੇ, ਉਦਾਂ ਦੇ ਰਮਾਲੇ, ਉਦਾਂ ਹੀ ਚੌਰ, ਉਦਾਂ ਹੀ ਗ੍ਰੰਥੀ ਬਿਠਾ ਕੇ ਰੋਲ ਦਿੱਤਾ, ਘੱਟੇ 'ਚ ਰੋਲ ਦਿੱਤਾ। ਪਤਾ ਇਹਨਾਂ ਨੂੰ, ਜਾਣਦੇ ਹੈ ਵੀ ਕੋਈ ਸ਼ਕਤੀ ਨਹੀਂ ਤਾਂ ਕੰਮ ਕਰਦੀ। ਬਸ ਬੰਦਾ ਆ, ਜਿੰਨੇ ਦੁਨੀਆ ਦੇ ਉੱਤੇ ਧਰਮ ਹੋਏ ਆ, ਜਿੰਨੇ ਦੁਨੀਆ ਤੇ ਮਹਾਂਪੁਰਖ ਕਹਾਏ ਆ, ਜਿੰਨੇ ਦੁਨੀਆ ਤੇ ਰੱਬ ਬਣਾਏ ਗਏ ਆ, ਜਿੰਨੇ ਦੇਵਤੇ ਹੋਏ ਆ, ਜਿੰਨੀਆਂ ਸਰਕਾਰਾਂ ਹੋਈਆਂ, ਜੋ ਕੁਛ ਵੀ ਹੋਇਆ ਆ, ਸਿਰਫ ਤੇ ਸਿਰਫ ਹਿਊਮਨ ਦੀ, ਬੰਦੇ ਦੀ ਪਰਸਨੈਲਿਟੀ ਨੂੰ ਡਿਵੈਲਪ ਕਰਨ ਦੇ ਲਈ। ਮੁੱਢਲੀ ਇਕਾਈ ਬੰਦਾ ਆ। ਧਰਤੀ ਤਾਂ ਆ, ਸੰਸਾਰ ਤਾਂ ਆ ਜੇ ਬੰਦਾ ਆ ਤਾਂ। ਅੱਜ ਕਮਿਊਨੀਕੇਸ਼ਨ ਦੇ ਸਾਧਨ ਹੋ ਗਏ ਆ, ਸਾਰੇ ਜਣੇ ਬਿਲਕੁਲ ਡਾਟਾ ਦੇ ਵਿੱਚ ਆ ਗਿਆ, ਰਿਕਾਰਡ ਬਣ ਗਿਆ, ਪਤਾ ਉਹਨਾਂ ਨੂੰ ਕਿ ਮੁੱਢਲੀ ਇਕਾਈ ਬੰਦਾ ਹੈ। ਜੇ ਬੰਦਾ ਠੀਕ ਆ, ਉਹ ਆਪਣੀ ਪਤਨੀ ਨਾਲ ਸਹੀ ਤਰੀਕੇ ਨਾਲ ਵਿਹਾਰ ਕਰੂਗਾ, ਆਪਣੇ ਬੱਚਿਆਂ ਨਾਲ ਸਹੀ ਤਰੀਕੇ ਨਾਲ ਵਿਹਾਰ ਕਰੂਗਾ, ਉਹ ਪਰਿਵਾਰ ਸ਼ਾਂਤ ਰਹੂਗਾ। ਜੇ ਉਹ ਪਰਿਵਾਰ ਸ਼ਾਂਤ ਹੋਇਆ, ਸ਼ਾਂਤ ਬੱਚੇ ਸਕੂਲ ਜਾਣਗੇ, ਜਾਂਦੇ ਹੋਏ ਦੂਜੇ ਬੱਚਿਆਂ ਦੇ ਨਾਲ ਵਧੀਆ ਵਿਹਾਰ ਕਰਨਗੇ। ਸ਼ਾਂਤ ਬੰਦਾ ਕੰਮ ਤੇ ਜਾਊਗਾ, ਸੜਕ ਤੇ ਗੱਡੀ ਵੀ ਹੌਲੀ ਹੌਲੀ ਚਲਾਊਗਾ, ਸਾਰਿਆਂ ਨੂੰ ਰਾਹ ਦਿੰਦਾ ਜਾਊਗਾ, ਕੋਈ ਕਾਨੂੰਨ ਨਹੀਂ ਤੋੜੂਗਾ, ਐਕਸੀਡੈਂਟ ਤੋਂ ਬਚੂਗਾ। ਜੇ ਕਿਸੇ ਨੇ ਉਹਦੇ ਨਾਲ ਧੱਕਾ ਕੀਤਾ ਵੀ ਉਹਦੇ ਅੰਦਰ ਸਹਿਣਸ਼ੀਲਤਾ ਹੋਊਗੀ, ਉਹ ਬਰਦਾਸ਼ਤ ਕਰ ਲਊਗਾ, ਕੰਮ ਤੇ ਜਾਊਗਾ, ਟਾਈਮ ਨਾਲ ਪਹੁੰਚ ਜਾਊਗਾ, ਸਾਰਿਆਂ ਦੇ ਨਾਲ ਵਧੀਆ ਡੀਲ ਕਰੂਗਾ, ਆਪਣੇ ਤੋਂ ਉਤਲਿਆਂ ਦਾ ਹੁਕਮ ਮੰਨੂਗਾ, ਥੱਲੜਿਆਂ ਨੂੰ ਸਹੀ ਕਮਾਂਡ ਦਊਗਾ। ਜੇ ਉਹ ਫੈਕਟਰੀ ਦੇ ਵਿੱਚ ਸਾਰੇ ਜਣੇ ਠੀਕ ਕੰਮ ਕਰਦੇ ਹੋਏ, ਉਹ ਆਪਣੇ ਘਰਾਂ 'ਚ ਜਾਣਗੇ, ਸਾਰੇ ਸ਼ਾਂਤ ਜਾਣਗੇ। ਸ਼ਾਂਤ ਲੋਕ ਸੜਕਾਂ ਤੇ ਹੋਣਗੇ, ਸੜਕਾਂ ਵੀ ਸ਼ਾਂਤ ਰਹਿਣਗੀਆਂ, ਘਰ ਵੀ ਸ਼ਾਂਤ ਰਹਿਣਗੇ। ਉਹ ਸਮਾਜ ਵਧੀਆ ਹੋਊਗਾ, ਉਹ ਸ਼ਹਿਰ ਵਧੀਆ ਹੋਊਗਾ। ਇਹੋ ਜਿਹਾ ਕਾਨੂੰਨ, ਏਦਾਂ ਦੇ ਘਰ ਸਾਰੇ ਸ਼ਹਿਰਾਂ ਦੇ ਵਿੱਚ ਕਰ ਦੇਣਗੇ, ਸਾਰੇ ਸ਼ਹਿਰ ਵਧੀਆ ਹੋਣਗੇ। ਇਹੋ ਜਿਹਾ ਘਰ ਸਾਰੇ ਦੇਸ਼ਾਂ ਦੇ ਹੋਣਗੇ, ਸਾਰੇ ਦੇਸ਼ ਵਧੀਆ ਹੋਣਗੇ, ਧਰਤੀ ਵਧੀਆ ਹੋਊਗੀ।
ਧਰਤੀ ਹੀ ਸਵਰਗ, ਜਿਹੜੀ ਕਲਪਨਾ ਕਿਸ ਵੇਲੇ ਅਗਿਆਨਤਾ ਕਰਕੇ ਲੋਕਾਂ ਨੇ ਕਿਸੇ ਵੱਖਰੇ ਮੰਡਲ ਦੀ ਕੀਤੀ ਸੀ। ਜਦੋਂ ਪਤਾ ਸੀ ਕਿ ਡਿਕਟੇਟਰਸ਼ਿਪ ਆ, ਜਦੋਂ ਪਤਾ ਸੀ ਅਤਿਆਚਾਰੀ ਲੋਕ ਆ, ਉਹ ਸੁੱਖ ਇੱਥੇ ਨਹੀਂ ਮਾਣ ਸਕਦੇ। ਪੁਜਾਰੀ ਲੋਕਾਂ ਨੇ ਆਪ ਆਪਣੇ ਹਰਮਾਂ 'ਚ ਲੋਕਾਂ ਦੀਆਂ ਔਰਤਾਂ ਨੂੰ ਰੱਖ ਕੇ ਆਪਣੇ ਬਣਾਏ ਹੋਏ ਰੱਬ ਦੇ ਸਾਹਮਣੇ, ਆਸ਼ਰਮ ਦੇਖ ਲਿਓ, ਆਪਣੇ ਬਣਾਏ ਹੋਏ ਰੱਬ ਦੇ ਬਿਸਤਰੇ ਦੇ ਵਿੱਚ ਉਹਨਾਂ ਔਰਤਾਂ ਨੂੰ ਭੇਜ ਕੇ ਆਪ ਉਹਨਾਂ ਦੀ ਜੂਠ ਖਾ ਕੇ ਆਪਣਾ ਆਨੰਦ ਮਾਣਦੇ ਰਹੇ, ਆਪਣੇ ਸਵਾਦ ਲੈਂਦੇ ਰਹੇ। ਬੱਚੇ ਉਹਨਾਂ ਨੇ ਪਾਲੇ, ਪ੍ਰੈਗਨੈਂਟ ਉਹ ਹੋਏ ਲੋਕ। ਦੂਸ਼ਣ ਉਹਨਾਂ ਤੇ ਲੱਗਾ ਵੀ ਪਤਾ ਨਹੀਂ ਕਿਹਦਾ ਬੱਚਾ ਲੈ ਕੇ ਤੁਰਦੀ ਹੈ। ਖਾਲਿਸਤਾਨ ਦੀ ਗੱਲ ਕਰਨੇ ਵਾਲੇ ਨਹੀਂ ਵੀ ਕਿੰਨੇ ਪਰਿਵਾਰ ਆ ਜਿਨ੍ਹਾਂ ਦੇ ਸੰਬੰਧ ਉਹ ਖਾੜਕੂ ਕਹਾਉਣ ਵਾਲਿਆਂ ਦੇ ਨਾਲ ਰਹੇ, ਪਰ ਦਬਾਅ ਉਹਨਾਂ ਤੇ ਇਹ ਪਾਇਆ ਗਿਆ ਵੀ ਤੁਸੀਂ ਇਹ ਕਹਿ ਦਿਓ ਵੀ ਇਸ ਔਰਤ ਦੇ ਸੰਬੰਧ ਪੁਲਿਸ ਵਾਲੇ ਨਾਲ ਸੀ, ਬੱਚਾ ਪੁਲਿਸ ਵਾਲੇ ਦਾ ਆ, ਨਹੀਂ ਤਾਂ ਅਸੀਂ ਮਾਰ ਦਿਆਂਗੇ ਤੁਹਾਨੂੰ, ਤੁਹਾਡੇ ਬੱਚੇ ਨੂੰ ਮਾਰ ਦਿਆਂਗੇ। ਇੱਕ ਤਾਂ ਆਪਣਾ ਉਹਨਾਂ ਦੇ ਖਾੜਕੂ ਜਿਹੜੇ ਆ ਉਹ ਬ੍ਰਹਮ ਗਿਆਨੀ ਬਣਨਗੇ, ਫਿਰ ਸਾਖੀਆਂ ਸੁਣਾਉਣਗੇ ਉਦੋਕੇ ਵਰਗੇ, ਤੇ ਕਰੈਕਟਰ ਬੜੇ ਉੱਚੇ ਸੀ। ਦੂਜਾ ਸਰਕਾਰ ਨੂੰ ਭੰਡਣਗੇ ਵੀ ਪੁਲਿਸ ਵਾਲਿਆਂ ਨੇ ਜ਼ਬਰਦਸਤੀ ਕਰ ਕਰਕੇ ਬੱਚੇ ਪੈਦਾ ਕੀਤੇ। ਬਸ ਉਹ ਖੇਡਾਂ ਖੇਡੀਆਂ ਗਈਆਂ, ਕੱਖ ਨਹੀਂ ਹੋਇਆ ਆ। ਆਪਣੀਆਂ ਦੁਕਾਨਾਂ ਚਲਾਉਣ ਦੇ ਲਈ ਕਹਾਣੀਆਂ ਘੜ ਕੇ ਸਾਡੇ ਤੇ ਮੜ ਦਿੱਤੀਆਂ ਗਈਆਂ। ਅੱਜ ਸਮਾਂ ਆ, ਕੁਛ ਨਹੀਂ ਕਰ ਸਕਦੇ, ਸੋਚਣਾ ਸ਼ੁਰੂ ਕਰ ਦਿਓ, ਆਪਣੇ ਆਪ ਨੂੰ ਉਹਦੇ ਨਾਲੋਂ ਡਿਸਕਨੈਕਟ ਕਰ ਲਓ, ਤੋੜ ਲਓ ਆਪਣੇ ਆਪ ਨੂੰ। ਕੋਈ ਸ਼ਕਤੀ ਨਹੀਂ ਹੈਗੀ, ਚੈਲੰਜ ਨਾਲ ਅਸੀਂ ਕਹਿੰਦੇ ਆ। ਕੋਈ ਇਦਾਂ ਦੀ ਰਚਨਾ ਨਹੀਂ ਬਣੀ ਜਿਹਨੂੰ ਅਸੀਂ ਇਦਾਂ ਕਹਿੰਦੇ ਆ ਵੀ ਬਾਣੀ ਪੜ੍ਹਨੇ ਨਾਲ ਆ ਹੋ ਜਾਂਦਾ। ਨਹੀਂ ਭਾਈ, ਕੰਮ ਕਰਨਾ ਪੈਣਾ ਤੁਹਾਨੂੰ। ਗੱਡੀ 'ਚ ਪੈਟਰੋਲ ਹੈ ਨਹੀਂ, ਇਹਨਾਂ ਦੇ ਫੋਨ ਦੀ ਬੈਟਰੀ ਕੱਢ ਦਿੰਨੇ ਅਸੀਂ। ਕੋਈ ਬ੍ਰਹਮ ਗਿਆਨੀ ਲਿਆ ਦਿਓ ਦੁਨੀਆ ਦਾ, ਉਹਨੂੰ ਕਹੋ ਤੂੰ ਕਰ, ਜਿੰਨੇ ਗੁਰੂ ਗ੍ਰੰਥ ਸਾਹਿਬ ਦੁਨੀਆ ਦੇ ਵਿੱਚ ਹੈਗੇ ਆ ਸਾਰਿਆਂ ਦਾ ਪਾਠ ਕਰ ਲਾ, ਉਹਦੇ ਉੱਤੇ ਚਾਰਜ ਦੀ ਲਾਈਟ ਲਿਆ ਕੇ ਦਿਖਾ ਦੇ। ਕੁਛ ਵੀ ਨਹੀਂ ਹੋ ਸਕਦਾ। ਜਿਨ੍ਹਾਂ ਦਿਨਾਂ 'ਚ ਸਾਧਨ ਨਹੀਂ ਸੀਗੇ ਉਦੋਂ ਝਾਂਸੇ ਦਿੱਤੇ ਗਏ ਆ, ਆਪ ਇਹਨਾਂ ਨੇ ਆਨੰਦ ਮਾਣੇ ਆ, ਲੋਕਾਂ ਨੂੰ ਇਹ ਝਾਂਸਾ ਦਿੱਤਾ ਕਿ ਇੱਥੇ ਤੁਸੀਂ ਬਾਦਸ਼ਾਹ ਦੀ, ਉਸ ਪੁਜਾਰੀ ਦੀ ਗੁਲਾਮੀ ਕਰ ਲਓ, ਕਹਿਣਾ ਮੰਨ ਲਓ। ਅਗਲਾ ਜਨਮ ਜਿਹੜਾ ਪੁਜਾਰੀ ਆਪ ਕਹਿੰਦਾ ਸੀ ਰੱਬ ਨੂੰ ਖੁਸ਼ ਕਰਨ ਲਈ ਜੋ ਚਾਹੀਦਾ ਆ ਉਹ ਪਤਾ ਹੈ ਦੇਵਤੇ ਨੂੰ। ਦੇਵਤੇ ਦਾ ਮੰਤਰ, ਉਹਨੂੰ ਖੁਸ਼ ਕਰਨ ਲਈ ਮੰਤਰ ਕਿਹੜਾ ਆ ਉਹ ਮੈਨੂੰ ਪਤਾ ਹੈ। ਤੇ ਜਦੋਂ ਉਸ ਪੁਜਾਰੀ ਨੇ ਇੱਕ ਦੇਵਤਾ ਬਣਾਤਾ, ਇੱਕ ਰੱਬ ਬਣਾਤਾ, ਉਹਦੇ ਵਿਚਾਲੇ ਉਹ ਕਹਿੰਦਾ ਜਿਹੜਾ ਬਾਦਸ਼ਾਹ ਹੈ ਨਾ, ਜਿਹੜਾ ਰਾਜਾ ਆ, ਇਹ ਰੱਬ ਦਾ ਅਵਤਾਰ ਆ। ਬਾਦਲ ਬਾਰੇ ਵੀ ਇਹੀ ਕਹਿੰਦੇ ਆ ਸਾਡੇ ਬੰਦੇ, ਕਹਿੰਦੇ ਕਹਾਉਂਦੇ ਬੰਦੇ ਜਿਹੜੇ ਬਾਦਲ ਦਾ ਵਿਰੋਧ ਕਰਦੇ ਆ, ਉਹ ਇਹ ਕਹਿੰਦੇ ਆ ਵੀ ਪਿਛਲੇ ਜਨਮ ਦੀ ਬਹੁਤ ਭਗਤੀ ਆ ਇਹਦੀ, ਤਾਂ ਰਾਜ ਮਿਲਿਆ ਆ। ਪਤਾ ਨਹੀਂ ਕਾਹਤੇ ਸਾਨੂੰ ਕਹਿ ਦਿੱਤਾ ਗਿਆ ਕਿ ਤਪੋ ਰਾਜ ਤੇ ਰਾਜੋ ਨਰਕ। ਕਿੰਨਾ ਸ਼ੈਤਾਨ ਆ ਪੁਜਾਰੀ ਜਾਣੀ, ਉਹਨੂੰ ਪਤਾ ਸੀ ਵੀ ਜਿਹੜਾ ਸਵਾਦ ਆ ਜਿਹੜਾ ਜਨਮ, ਜਿੱਥੇ ਮੈਂ ਜਦੋਂ ਜਨਮ ਨਹੀਂ, ਮਤਲਬ ਜਦੋਂ ਮੈਂ ਜੰਮ ਪਿਆ ਮੇਰੇ ਕੋਲ ਰਾਜ ਆ ਗਿਆ, ਠੀਕ ਹੈ। ਹੁਣ ਆਮ ਲੋਕਾਂ ਨੂੰ ਕਹਿੰਦਾ ਵੀ ਰਾਜ ਐਵੇਂ ਨਹੀਂ ਮਿਲਿਆ, ਤਪ ਕਰਨੇ ਨਾਲ ਮਿਲਿਆ ਆ। ਮਤਲਬ ਇਹ ਬੰਦਾ ਪੂਜਣ ਯੋਗ ਆ। ਤੇ ਜਦੋਂ ਅਗਲੇ ਨੇ ਕਿਹਾ ਹੱਦ ਹੋ ਗਈ ਯਾਰ, ਇਹ ਪੂਜਣ ਯੋਗ ਕਾਹਦਾ ਹੈ, ਇਹ ਤਾਂ ਅਤਿਆਚਾਰ ਕਰਦਾ। ਫਿਰ ਕਹਿੰਦੇ ਫਿਕਰ ਨਾ ਕਰੋ, ਪਿਛਲੇ ਜਨਮ 'ਚ ਤਪ ਕੀਤਾ ਸੀ ਉਹਦੇ ਕਰਕੇ ਰਾਜ ਮਿਲਿਆ ਆ, ਤੁਸੀਂ ਨਾ ਡਰਿਓ। ਹੁਣ ਜੇ ਇਹ ਆਪ ਰਾਜ ਕਰਦਾ ਹੋਇਆ ਅਤਿਆਚਾਰੀ ਹੋਊਗਾ ਤੇ ਅਗਲੇ ਜਨਮ 'ਚ ਪੱਕਾ ਨਰਕ ਹੈ ਇਹਦੇ ਲਈ, ਤੇ ਤੁਸੀਂ ਨਿਯਮ ਮੰਨ ਲਓ ਤੁਹਾਡੇ ਲਈ ਪੱਕਾ ਸਵਰਗ ਹੈ। ਹੋਇਆ ਕਿ ਰਾਜੇ ਦਾ ਪੁੱਤਰ ਫਿਰ ਰਾਜਾ, ਬਾਬਰ ਤੋਂ ਬਾਅਦ ਹਮਾਯੂ ਫਿਰ ਰਾਜਾ, ਹਮਾਯੂ ਤੋਂ ਬਾਅਦ ਅਕਬਰ ਰਾਜਾ, ਅਕਬਰ ਤੋਂ ਬਾਅਦ ਜਹਾਂਗੀਰ ਰਾਜਾ, ਸ਼ਾਹਜਹਾਂ ਰਾਜਾ। ਉਹਨਾਂ ਦੇ ਇੱਕ ਪੀੜ੍ਹੀ ਰਾਜੇ ਬਣਦੀ ਗਈ ਤੇ ਗੁਲਾਮਾਂ ਦੇ ਨਿਆਣੇ ਗੁਲਾਮ ਬਣਦੇ ਗਏ, ਪੁਜਾਰੀ ਦੇ ਨਿਆਣੇ ਪੁਜਾਰੀ ਬਣਦੇ ਗਏ। ਜਿਹੜੇ ਵੀ ਏਰੀਏ 'ਚ ਜਾ ਕੇ ਬੈਠਾ, ਜੇ ਉਹ ਕਿਤੇ ਮੁਸਲਮਾਨ ਕੰਟਰੀਆਂ ਦੇ ਵਿੱਚ ਬਹਿ ਗਿਆ ਮਸੀਤ ਬਣਾ ਕੇ ਬਹਿ ਗਿਆ, ਜੇ ਹਿੰਦੂਆਂ 'ਚ ਗਿਆ ਮੰਦਿਰ ਬਣਾ ਕੇ ਬਹਿ ਗਿਆ, ਜੇ ਸਿੱਖਾਂ ਦਾ ਬੋਲਬਾਲਾ ਹੋਇਆ ਗੁਰਦੁਆਰਾ ਬਣਾ ਕੇ ਬਹਿ ਗਿਆ, ਈਸਾਈਆਂ 'ਚ ਪਾਦਰੀਆ, ਬੋਧੀਆਂ ਦੇ ਵਿੱਚ ਆਪਣਾ ਜਿੱਥੇ ਵੀ ਬੈਠਾ, ਜਿਹੜੇ ਵੀ ਸਮਾਜ ਦੇ ਵਿੱਚ ਬੈਠਾ, ਉੱਥੇ ਇੱਕ ਰੱਬ ਘੜ ਕੇ, ਉੱਥੇ ਇੱਕ ਵਿਧਾਨ ਦੇਵਤਾ ਘੜ ਕੇ, ਇੱਕ ਸਵਰਗ ਬਣਾ ਕੇ, ਉੱਥੇ ਕੁਛ ਨਿਯਮ ਬਣਾ ਕੇ, ਲੋਕਾਂ ਨੂੰ ਝਾਂਸੇ ਦੇ ਕੇ ਉਹਨਾਂ ਦੇ ਉੱਤੇ ਕਬਜ਼ ਹੋ ਕੇ ਉਹਨਾਂ ਦਾ ਪੈਸਾ ਵੀ ਖਾਧਾ, ਉਹਨਾਂ ਦੀਆਂ ਤੀਵੀਆਂ ਦੇ ਨਾਲ ਜਬਰ ਜਨਾਹ ਕੀਤਾ। ਔਰ ਜਬਰ ਜਨਾਹ ਵੀ ਇਹੋ ਜਿਹਾ ਜਿਹਦੇ ਵਿੱਚ ਉਜ਼ਰ ਕੋਈ ਨਹੀਂ ਕਰ ਸਕਿਆ, ਜਿਹਦੇ ਵਿੱਚ ਇਤਰਾਜ਼ ਕੋਈ ਨਹੀਂ ਕਰ ਸਕਿਆ।
ਕਿੰਨਾ ਸ਼ਾਤਰ ਆ ਔਰ ਸਾਡੇ ਦਿਮਾਗ ਨਾਲ ਕਿਦਾਂ ਖੇਡ ਗਿਆ।